ਅਸੀਂ ਜੋ ਕੁਝ ਵੀ ਕੀਤਾ ਉਸ ਦਾ ਸਾਰ ਦਿੰਦੇ ਹੋਏ ਅਸੀਂ ਇੱਕ ਬਾਕਸ ਵਿੱਚ ਹੌਲੀ-ਹੌਲੀ ਬਾਉਂਡ ਸਟੇਟਸ ਵਿੱਚ ਆ ਰਹੇ ਪਾਰਟੀਕਲ ਲਈ ਜੋ ਕੀਤਾ ਉਸ ਦਾ ਜਾਇਜ਼ਾ ਲਿਆ। ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਜਾਣਦੇ ਹੋ, ਪਰ ਮੈਂ ਸਿਰਫ ਰੀਕੈਪ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਅਸੀਂ ਕੀ ਜਾਣਦੇ ਹਾਂ। ਠੀਕ ਹੈ। ਬਾਉਂਡ ਸਟੇਟਸ। ਜਿਵੇਂ ਕਿ ਮੈਂ ਕਿਹਾ ਸੀ, ਜੇਕਰ ਪਾਰਟੀਕਲ ਦੀ એનર્ਜੀ ਪਲੱਸ ਇਨਫਿਨਿਟੀ ਅਤੇ ਮਾਈਨਸ ਇਨਫਿਨਿਟੀ ਤੇ ਪੋਟੈਂਸ਼ੀਅਲ ਤੋਂ ਘੱਟ ਹੈ ਤਾਂ ਸਾਡੇ ਕੋਲ ਇਹ ਵਨ ਡਾਇਮੈਂਸ਼ਨਲ ਬਾਉਂਡ ਸਟੇਟ ਹੋਵੇਗੀ। ਇਸ ਲਈ ਇੱਕ ਬਾਕਸ ਵਿੱਚ ਪਾਰਟੀਕਲ ਯਕੀਨੀ ਤੌਰ ਤੇ ਉਸ ਨੂੰ ਪੂਰਾ ਕਰਦਾ ਹੈ। ਠੀਕ ਹੈ, ਹਰ ਕੋਈ ਸਹਿਮਤ ਹੈ। ਇਸ ਲਈ ਇਹ ਇੱਕ ਬਾਉਂਡ ਸਟੇਟ ਸੋਲਿਊਸ਼ਨ ਹੈ। ਸਾਰੇ ਸੋਲਿਊਸ਼ਨ, ਜੇਕਰ ਅਸੀਂ ਵੇਵ ਫੰਕਸ਼ਨ ਅਤੇ ਕੋਰੈਸਪੋਂਡਿੰਗ એનર્ਜੀ ਪਤਾ ਕਰਦੇ ਹਾਂ, ਉਹ ਸਾਰੀਆਂ ਬਾਉਂਡ ਸਟੇਟ ਸੋਲਿਊਸ਼ਨ ਹਨ। ਕੀ ਤੁਸੀਂ ਇੱਕ ਬਾਕਸ ਵਿੱਚ ਪਾਰਟੀਕਲ ਵਿੱਚ ਸਕੈਟਰਿੰਗ ਸਟੇਟਸ ਪ੍ਰਾਪਤ ਕਰ ਸਕਦੇ ਹੋ? ਹਾਂ ਜਾਂ ਨਹੀਂ? ਨਹੀਂ, ਇੱਕ ਬਾਕਸ ਵਿੱਚ ਪਾਰਟੀਕਲ ਸੋਲਿਊਸ਼ਨ ਸਾਰੇ ਬਾਉਂਡ ਸਟੇਟਸ ਸੋਲਿਊਸ਼ਨ ਹਨ। ਠੀਕ ਹੈ। ਕੁਝ ਚੀਜ਼ਾਂ ਜੋ ਤੁਸੀਂ ਪਿਛਲੇ ਸਮੈਸਟਰ ਜਾਂ ਪਿਛਲੇ ਸਾਲ ਵਿੱਚ ਮਕੈਨਿਕਲੀ ਕੀਤੀਆਂ ਹਨ। ਦੋ ਵੇਵ ਫੰਕਸ਼ਨਸ ਨੂੰ ਲਿਆ ਹੈ। ਉਹਨਾਂ ਨੂੰ ਆਰਥੋਨੋਰਮਲ ਵੇਵ ਫੰਕਸ਼ਨ ਕਿਹਾ ਜਾਂਦਾ ਹੈ। ਜੇਕਰ ਉਹ ਇਸ ਪ੍ਰੋਪਰਟੀ ਨੂੰ ਪੂਰਾ ਕਰਦੇ ਹਨ, ਮੈਂ ਆਪਣੇ ਆਪ ਨੂੰ ਵਨ ਡਾਇਮੈਂਸ਼ਨਲ ਪੋਟੈਂਸ਼ੀਅਲ ਤੱਕ ਸੀਮਿਤ ਕਰ ਰਹੀ ਹਾਂ ਅਤੇ ਉਹ ਇਸ ਪ੍ਰੋਪਰਟੀ ਨੂੰ ਪੂਰਾ ਕਰਦੇ ਹਨ। ਇਹ ਡੈਲਟਾ NM ਕ੍ਰੋਨੇਕਰ ਡੈਲਟਾ ਹੈ। ਮੈਂ ਮੰਨਦੀ ਹਾਂ ਕਿ ਹਰ ਕਿਸੇ ਨੂੰ ਪਤਾ ਹੈ ਕਿ ਜੇਕਰ NM ਦੇ ਬਰਾਬਰ ਹੈ ਤਾਂ ਇਹ 1 ਹੈ। ਜੇਕਰ NM ਦੇ ਬਰਾਬਰ ਨਹੀਂ ਹੈ ਤਾਂ ਇਹ 0 ਹੋਵੇਗਾ। ਅਤੇ ਇਹ ਉਹ ਹੈ ਜਿਸ ਨੂੰ ਅਸੀਂ ਨੋਰਮਲਾਈਜ਼ਡ ਫੰਕਸ਼ਨ ਕਹਿੰਦੇ ਹਾਂ। ਜਦੋਂ N ਅਤੇ M ਬਰਾਬਰ ਹੁੰਦੇ ਹਨ, ਇਹ ਨੋਰਮਲਾਈਜੇਸ਼ਨ ਕੰਡੀਸ਼ਨ ਹੈ। ਅਤੇ ਜਦੋਂ NM ਇੱਕੋ ਜਿਹੇ ਨਹੀਂ ਹੁੰਦੇ ਹਨ ਤਾਂ ਉਹਨਾਂ ਨੂੰ ਔਰਥੋਗੋਨਲ ਹੋਣਾ ਚਾਹੀਦਾ ਹੈ। ਇਸ ਲਈ ਇਸ ਸਭ ਨੂੰ ਔਰਥੋਨੋਰਮਲ ਕੰਡੀਸ਼ਨ ਕਿਹਾ ਜਾਂਦਾ ਹੈ ਜਾਂ ਇਹ ਵੇਵ ਫੰਕਸ਼ਨਸ ਇੱਕ ਬਾਕਸ ਵਿੱਚ ਪਾਰਟੀਕਲ ਦੇ ਇਹਨਾਂ ਸਟੇਸ਼ਨਰੀ ਸਟੇਟ ਸੋਲਿਊਸ਼ਨਸ ਨੂੰ ਆਰਥੋਨੋਰਮਲ ਵੇਵ ਫੰਕਸ਼ਨ ਕਿਹਾ ਜਾਂਦਾ ਹੈ, ਜੇਕਰ ਉਹ ਇਸ ਪ੍ਰੋਬਲਮ ਨੂੰ ਪੂਰਾ ਕਰਦੇ ਹਨ। ਕੀ ਇਹ ਠੀਕ ਹੈ? ਇਸ ਲਈ ਇਹ ਪਰਿਭਾਸ਼ਾ ਹੈ ਅਤੇ ਅਸੀਂ ਹਮੇਸ਼ਾ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਹਮੇਸ਼ਾ ਸਟੇਸ਼ਨਰੀ ਸਟੇਟਸ ਦਾ ਇੱਕ ਸੈੱਟ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਨੋਰਮਲਾਈਜ਼ਡ ਹਨ ਅਤੇ ਸਹੂਲਤ ਲਈ ਇੱਕ ਦੂਜੇ ਲਈ ਔਰਥੋਗੋਨਲ ਵੀ ਹਨ, ਕਿਉਂਕਿ ਅਸੀਂ ਕਿਸੇ ਵੀ ਆਰਬਿਟਰੇਰੀ ਸਟੇਟ ਨੂੰ ਇਹਨਾਂ ਦੀ ਲੀਨੀਅਰ ਸੁਪਰਪੋਜੀਸ਼ਨ ਵਜੋਂ ਲਿਖਦੇ ਹਾਂ। ਠੀਕ ਹੈ। ਠੀਕ ਹੈ, ਮੈਂ ਪਿਛਲੇ ਲੈਕਚਰ ਵਿੱਚ ਇਹ ਕੀਤਾ ਸੀ। ਮੈਂ ਕੰਟੀਨਿਊਇਟੀ ਲਈ ਸੋਚਿਆ ਮੈਂ ਇੱਥੇ ਦਰਸਾ ਰਹੀ ਹਾਂ। ਇਸ ਲਈ ਇੱਕ ਫਾਈਨਾਈਟ ਰੀਜਨ ਤੱਕ ਬਾਉਂਡ ਸਿਸਟਮ ਸੀਮਿਤ ਹੁੰਦਾ ਹੈ ਅਤੇ ਫੈਮਿਲੀਅਰ ਹਾਰਮੋਨਿਕ ਓਸੀਲੇਟਰ ਜਿੱਥੇ ਫੋਰਸ ਨੈਗੇਟਿਵ ਸਾਈਨ ਦੇ ਨਾਲ ਡਿਸਪਲੇਸਮੈਂਟ ਦੇ ਪ੍ਰੋਪੋਰਸ਼ਨਲ ਹੋਣਾ ਚਾਹੀਦਾ ਹੈ। ਇੱਥੇ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਇੱਕ ਸਪ੍ਰਿੰਗ ਕਾਂਸਟੈਂਟ ਹੈ ਜਿਸ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਕਿ ਪੋਟੈਂਸ਼ੀਅਲ એનર્ਜੀ ਕੀ ਹੈ ਅਤੇ ਐਕਸ ਵਰਗੀ ਬਾਉਂਡਰੀ ਕੰਡੀਸ਼ਨ ਦੇ ਕੇ ਅਸੀਂ ਚਾਹੁੰਦੇ ਹਾਂ ਕਿ ਪੋਟੈਂਸ਼ੀਅਲ 0 ਪੋਟੈਂਸ਼ੀਅਲ એનર્ਜੀ ਹਾਫ ਕੇ ਐਕਸ ਸਕੁਅਰ ਹੋਵੇ। ਠੀਕ ਹੈ। ਅਸੀਂ ਇਸ ਵਨ ਡਾਇਮੈਂਸ਼ਨਲ ਹਾਰਮੋਨਿਕ ਓਸੀਲੇਟਰ ਲਈ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਨੂੰ ਹੱਲ ਕਰਨਾ ਚਾਹੁੰਦੇ ਹਾਂ ਅਤੇ ਇਹ ਬਾਉਂਡਰੀ ਕੰਡੀਸ਼ਨ ਨੂੰ ਵੀ ਸੰਤੁਸ਼ਟ ਕਰਦਾ ਹੈ ਕਿ ਪਲੱਸ ਜਾਂ ਮਾਈਨਸ ਇਨਫਿਨਿਟੀ ਤੇ ਵੀ ਇਨਫਿਨਿਟੀ ਹੈ ਅਤੇ ਤੁਹਾਡੀ એનર્ਜੀ ਹਮੇਸ਼ਾ ਪਲੱਸ ਇਨਫਿਨਿਟੀ ਤੇ ਵੀ ਤੋਂ ਘੱਟ ਅਤੇ ਮਾਈਨਸ ਇਨਫਿਨਿਟੀ ਤੇ ਵੀ ਰਹੇਗੀ। ਇਸ ਲਈ ਇਹ ਵੀ ਇੱਕ ਬਾਉਂਡ ਸਟੇਟ ਹੈ ਕਿਉਂਕਿ ਇਹ ਟਾਈਮ ਇੰਡੀਪੈਂਡੈਂਟ ਪੋਟੈਂਸ਼ੀਅਲ એનર્ਜੀ ਹੈ। ਅਸੀਂ ਸਟੇਸ਼ਨਰੀ ਸਟੇਟ ਦੀ ਉਚਿਤ એનર્ਜੀ ਨਾਲ ਟਾਈਮ ਡਿਪੈਂਡੈਂਟ ਵੇਵ ਫੰਕਸ਼ਨ ਨੂੰ ਲਿਖ ਸਕਦੇ ਹਾਂ ਮਲਟੀਪਲਾਈਡ। ਇਸ ਲਈ ਅਸੀਂ ਇਸ ਬਾਰੇ ਕਿਵੇਂ ਜਾਣਦੇ ਹਾਂ? ਜੇ ਅਸੀਂ ਟਾਈਮ ਦੇ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਅਤੇ ਵੈਨਿਸ਼ ਲਈ ਵੇਵ ਫੰਕਸ਼ਨ ਨੂੰ ਵੀ ਲਾਗੂ ਕਰਦੇ ਹਾਂ, ਜਿਵੇਂ ਕਿ ਅਸੀਂ ਉਸ ਬਾਉਂਡਰੀ ਤੇ ਜਾਂਦੇ ਹਾਂ ਜਿਸ ਦੀ ਪਲੱਸ ਜਾਂ ਮਾਈਨਸ ਇਨਫਿਨਿਟੀ ਹੁੰਦੀ ਹੈ। ਇਸ ਲਈ ਅਸੀਂ ਫਾਰਮਲੀ ਇੱਕ ਸੋਲਿਊਸ਼ਨ ਲੈਂਦੇ ਹਾਂ ਜਿਸ ਨੂੰ ਤੁਸੀਂ ਜਾਣਦੇ ਹੋ, ਜਿਸ ਵਿੱਚ x ਦੇ ਕੁਝ ਫੰਕਸ਼ਨ ਦੇ ਨਾਲ ਕਿਸੇ ਪ੍ਰਕਾਰ ਦਾ fn ਆਫ x ਮਲਟੀਪਲਾਈਂਗ e ਟੂ ਦ ਪਾਵਰ ਆਫ x ਸਕੁਅਰ ਹੁੰਦਾ ਹੈ। ਇਹ ਸਿਰਫ ਫਾਰਮਲ ਸੋਲਿਊਸ਼ਨ ਹੈ। ਤੁਸੀਂ ਇਸ ਨੂੰ ਇੱਕ ਟ੍ਰਾਇਲ ਸੋਲਿਊਸ਼ਨ ਕਹਿ ਸਕਦੇ ਹੋ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ ਇਹ ਪਤਾ ਲਗਾ ਸਕਦੇ ਹੋ ਕਿ ਇਹ ਇਕੁਏਸ਼ਨ ਵਿੱਚ ਫਿੱਟ ਹੈ ਜਾਂ ਨਹੀਂ। ਇਸ ਲਈ ਹੁਣ ਤੱਕ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਟ੍ਰਾਇਲ ਵੇਵ ਸੋਲਿਊਸ਼ਨ ਸਾਨੂੰ ਇਹ ਠੀਕ ਕਰਨ ਦੀ ਇਜਾਜ਼ਤ ਦੇਵੇਗਾ ਕਿ ਇਹ ਵੈਲਿਊ ਕੀ ਹੈ, ਸਮਾਲ ਇਹ ਵੈਲਿਊ ਕੀ ਹੈ, ਕੈਪੀਟਲ ਇਹ ਵੈਲਿਊ ਕੀ ਹੈ, fn ਆਫ x ਕੀ ਹੈ, ਜਿੱਥੇ ਇਹ n એનર્ਜੀ ਦੀਆਂ ਸਟੇਸ਼ਨਰੀ ਸਟੇਟਸ ਨੂੰ ਦਰਸਾਉਂਦਾ ਹੈ। ਕੀ ਇਹ ਸਪਸ਼ਟ ਹੈ? ਠੀਕ ਹੈ। ਇਸ ਲਈ n = 0 ਲਈ ਜੋ ਕਿ ਲੋਅਰ ਸਟੇਟ ਹੈ, ਅਸੀਂ ਇਹ f0 ਆਫ x to be 1 ਲੈਂਦੇ ਹਾਂ
ਅਤੇ ਅਸੀਂ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿ ਇਹ ਇੱਕ ਮਨਜ਼ੂਰ ਸੋਲਿਊਸ਼ਨ ਹੈ ਜਦੋਂ ਅਸੀਂ ਇਸ ਵਿੱਚ ਪਲੱਗ ਕਰਦੇ ਹਾਂ। ਠੀਕ ਹੈ। ਇਸ ਲਈ ਸੁਵਿਧਾ ਲਈ ਇਕੁਏਸ਼ਨ ਨੂੰ ਸਪਸ਼ਟ ਬਣਾਓ। ਅਸੀਂ x ਦੀ ਬਜਾਏ ਇਸ ਪ੍ਰੋਪੋਰਸ਼ਨਲ ਕਾਂਸਟੈਂਟ ਨਾਲ ਅਲਫਾ ਦੇ ਪ੍ਰੋਪੋਰਸ਼ਨਲ ਹੋਣ ਲਈ એનર્ਜੀ ਨੂੰ ਰੀਡਿਫਾਈਨ ਕਰਾਂਗੇ। ਅਸੀਂ ਇਸ ਨੂੰ ਮਲਟੀਪਲਾਈ ਕਰਨ ਤੋਂ ਪਹਿਲਾਂ ਇੱਕ ਫੈਕਟਰ ਲਿਖਾਂਗੇ ਅਤੇ ਇਸ ਨੂੰ ਰੋ ਕਹਾਂਗੇ ਅਤੇ x ਬਾਏ a ਨੌਟ ਵੀ ਲਿਖਾਂਗੇ ਜਿੱਥੇ a ਨੌਟ ਇਹ ਫੈਕਟ ਹੈ। a ਨੌਟ ਜੋ ਕਿ h ਕ੍ਰਾਸ ਬਾਏ m ਓਮੇਗਾ ਅੰਡਰ ਸਕੁਏਅਰ ਹੈ। ਇਸ ਲਈ ਇੱਕ ਵਾਰ ਜਦੋਂ ਤੁਸੀਂ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਵਿੱਚ ਸਬਸਟੀਟਿਊਟ ਕਰਦੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਅਲਫਾ ਵੇਰੀਏਬਲ ਅਤੇ ਰੋ ਵੇਰੀਏਬਲ ਦੀ ਟਰਮਜ਼ ਵਿੱਚ ਵੈਰੀਫਾਈ ਕਰੋ। ਇਹ ਇਸ ਸਿੰਪਲ ਫਾਰਮ ਵਿੱਚ ਦਿਖਾਈ ਦਿੰਦਾ ਹੈ। ਕਿਰਪਾ ਕਰਕੇ ਪਿਛਲੀ ਸਲਾਈਡ ਤੋਂ ਇਸ ਦੀ ਪੁਸ਼ਟੀ ਕਰੋ। ਇੱਥੇ a e ਹੈ ਅਤੇ x ਉਹਨਾਂ ਨੂੰ ਰੋ ਵੇਰੀਏਬਲ ਵਿੱਚ ਬਦਲੋ ਅਤੇ e ਦੀ ਬਜਾਏ ਅਲਫਾ ਵੇਰੀਏਬਲ ਦੀ ਵਰਤੋਂ ਕਰੋ ਅਤੇ ਉਸ ਇਕੁਏਸ਼ਨ ਨੂੰ ਦੁਬਾਰਾ ਲਿਖੋ। ਕਿਰਪਾ ਕਰਕੇ ਇਹ ਕਰੋ। ਠੀਕ ਹੈ। ਇਸ ਲਈ ਇਕੁਏਸ਼ਨ ਇਸ ਫਾਰਮ ਵਿੱਚ ਹੋਣ ਲਈ ਸਰਲ ਹੋ ਜਾਂਦੀ ਹੈ। ਅਸੀਂ ਇਸ ਨੂੰ ਲੋਐਸਟ n ਟੂ 0 ਲਈ ਕਰ ਰਹੇ ਹਾਂ ਜੋ ਇਸ ਨੂੰ ਇੱਕ ਗਰਾਊਂਡ ਸਟੇਟ ਕਹੇਗਾ। ਇਸ ਲਈ ਹੁਣ ਅਸੀਂ ਬਾਉਂਡਰੀ ਕੰਡੀਸ਼ਨ ਵਿੱਚ ਪਾਵਾਂਗੇ। ਬਾਉਂਡਰੀ ਕੰਡੀਸ਼ਨ ਕੀ ਹੈ? ਸਾਈ ਅਲੋਪ ਹੋ ਜਾਂਦਾ ਹੈ ਕਿਉਂਕਿ x ਟੈਂਡਸ ਟੂ ਪਲਸ ਜਾਂ ਮਾਈਨਸ ਇਨਫਿਨਿਟੀ ਹੁੰਦਾ ਹੈ ਜੋ ਕਿ ਹੈ ਇਕੁਅਲ ਟੂ ਰੋ ਟੈਂਡਿੰਗ ਟੂ ਪਲਸ ਜਾਂ ਮਾਈਨਸ ਇਨਫਿਨਿਟੀ। ਕਿਉਂਕਿ ਪਰੀ ਮਲਟੀਪਲਾਈਂਗ ਫੈਕਟਰ ਸਿਰਫ ਇੱਕ ਕਾਂਸਟੈਂਟ ਹੈ। a ਨੌਟ x ਹੈ ਅਤੇ ਤੁਸੀਂ ਸੁਵਿਧਾ ਲਈ ਵੇਰੀਏਬਲ ਦੀ ਇੱਕ ਹੋਰ ਤਬਦੀਲੀ ਕਰ ਸਕਦੇ ਹੋ ਅਤੇ ਇਸ ਨੂੰ ਇੱਕ ਫੈਮਿਲੀਅਰ ਇਕੁਏਸ਼ਨ ਵਾਂਗ ਬਣਾ ਸਕਦੇ ਹੋ। ਇਸ ਲਈ ਰੋ ਟੈਂਡਸ ਟੂ ਇਨਫਿਨਿਟੀ ਮੈਂ ਅਲਫਾ ਨੂੰ ਨਿਗਲੈਕਟ ਕਰ ਸਕਦੀ ਹਾਂ ਅਤੇ ਕਿਸੇ ਹੋਰ ਵੇਰੀਏਬਲ ਦੀ ਟਰਮਜ਼ ਵਿੱਚ ਦੁਬਾਰਾ ਲਿਖ ਸਕਦੀ ਹਾਂ t ਜਿਸ ਨੂੰ ਮੈਂ ਰੋ ਸਕੁਏਅਰ ਕਹਿ ਰਹੀ ਹਾਂ। ਇਸ t ਨੂੰ ਕੁਝ ਟਾਈਮ ਜਾਂ ਕਿਸੇ ਹੋਰ ਵੇਰੀਏਬਲ ਨਾਲ ਨਾ ਬਦਲੋ ਅਤੇ ਇਸ ਵੇਰੀਏਬਲ t ਦੇ ਰੂਪ ਵਿੱਚ ਇਸ ਨੂੰ ਦੁਬਾਰਾ ਲਿਖੋ ਅਤੇ ਲਓ। ਇਹ ਕੇਵਲ ਰੋ ਟੈਂਡਿੰਗ ਟੂ ਇਨਫਿਨਿਟੀ ਲਈ ਵੈਧ ਹੈ ਅਤੇ ਇਸ ਲਈ t ਇਨਫਿਨਿਟੀ ਵੱਲ ਟੈਂਡ ਹੋਣਾ ਚਾਹੀਦਾ ਹੈ। ਇਹ ਨੌਟ ਹੈ। ਇਹ ਇਕੁਏਸ਼ਨ ਸਿੰਪਲੀਫਾਈਡ ਇਕੁਏਸ਼ਨ ਹੈ ਜਦੋਂ ਰੋ ਬਹੁਤ ਲਾਰਜ ਹੁੰਦਾ ਹੈ। ਤੁਸੀਂ ਸਾਰੇ ਸਹਿਮਤ ਹੋ ਕਿਉਂਕਿ ਜਦੋਂ ਰੋ ਬਹੁਤ ਲਾਰਜ ਹੁੰਦਾ ਹੈ ਮੈਂ ਇਸ ਅਲਫਾ ਟਰਮ ਨੂੰ ਨਜ਼ਰਅੰਦਾਜ਼ ਕਰ ਸਕਦੀ ਹਾਂ। ਕੀ ਇਹ ਸਹੀ ਹੈ? ਇਸ ਇਕੁਏਸ਼ਨ ਦਾ ਸੋਲਿਊਸ਼ਨ ਕੀ ਹੈ? ਤੁਸੀਂ ਇਹ ਕਈ ਵਾਰ ਕਰ ਚੁੱਕੇ ਹੋ। ਠੀਕ ਹੈ। e2 ਦੱਦਾ t ਬਾਈ 2 ਇਹ ਹੈ ਕਿ ਸਕੁਏਅਰਡ 1 ਬਾਏ 4 ਠੀਕ ਹੈ। ਇਸ ਲਈ e2 ਦੱਦਾ ਕੇ x ਪਲਸ c2 ਦੱਦਾ ਮਾਈਨਸ ਕੇ x ਕੀ ਇਹ ਸਹੀ ਹੈ? ਸੋਲਿਊਸ਼ਨ ਹੋਵੇਗਾ ਇਹ e2 ਦੱਦਾ ਪਾਵਰ ਆਫ ਮਾਈਨਸ t ਬਾਈ 2 ਪਲਸ b e2 ਦੱਦਾ ਪਾਵਰ ਆਫ ਪਲਸ t ਬਾਈ 2 ਅਤੇ ਇਸ ਵਿੱਚੋਂ ਜਿਵੇਂ ਕਿ t ਟੈਂਡਸ ਟੂ ਇਨਫਿਨਿਟੀ ਜਿਸ ਦੀ ਅਨੁਮਤੀ ਹੈ ਕੇਵਲ ਪਹਿਲੀ ਟਰਮ। ਇਸ ਲਈ ਤੁਹਾਨੂੰ b ਨੂੰ 0 ਬਰਾਬਰ ਰੱਖਣਾ ਹੋਵੇਗਾ। ਠੀਕ ਹੈ। ਇਸ ਲਈ ਤੁਹਾਨੂੰ a e ਪਾਵਰ ਮਾਈਨਸ ਰੋ ਸਕੁਏਅਰ ਬਾਈ 2 ਦੇ ਰੂਪ ਵਿੱਚ ਅਨੁਮਤੀ ਸੋਲਿਊਸ਼ਨ ਪ੍ਰਾਪਤ ਹੁੰਦਾ ਹੈ। ਇਸ ਲਈ ਇਹ ਇਕੁਏਸ਼ਨ ਵਿੱਚ ਦੇ ਕੇ ਕਿਸੇ ਕਿਸਮ ਦੇ ਟ੍ਰਾਇਲ ਸੋਲਿਊਸ਼ਨ ਨਾਲ ਕੀਤਾ ਗਿਆ ਹੈ। ਅਤੇ ਟ੍ਰੈਂਡ ਕੀ ਹੁੰਦਾ ਹੈ ਜਦੋਂ ਰੋ ਬਹੁਤ ਲਾਰਜ ਹੁੰਦਾ ਹੈ ਜਾਂ x ਬਹੁਤ ਲਾਰਜ ਹੁੰਦਾ ਹੈ? ਮੈਨੂੰ ਲੱਗਦਾ ਹੈ ਕਿ ਇਹ ਟ੍ਰੈਂਡ ਹੋਣਾ ਚਾਹੀਦਾ ਹੈ ਅਤੇ ਇਹ ਨੋਰਮਲਾਈਜ਼ੇਬਲ ਹੈ। ਉੱਥੋਂ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਇਸ ਦੇ ਵਿਪਰੀਤ ਨੋਰਮਲਾਈਜੇਸ਼ਨ ਕਾਂਸਟੈਂਟ ਕੀ ਹੈ। ਇਹ ਤੁਸੀਂ ਆਪਣੇ ਪਹਿਲੇ ਸਾਲ ਦੇ ਕੋਰਸ ਵਿੱਚ ਕੀਤਾ ਹੋਵੇਗਾ। ਤੁਹਾਨੂੰ ਇਹ ਵੇਵ ਫੰਕਸ਼ਨ ਇੱਥੇ ਦਿੱਤਾ ਗਿਆ ਹੈ। ਅਸੀਂ ਲਾਰਜ ਰੋਲ ਲਿਮਿਟ ਵਿੱਚ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਨੂੰ ਦੇਖ ਕੇ ਸੋਲਿਊਸ਼ਨ ਲੱਭ ਲਿਆ ਹੈ। ਪਰ ਇਸ ਦੀ ਬਜਾਏ ਤੁਸੀਂ ਮੰਨ ਸਕਦੇ ਹੋ ਕਿ ਇਹ ਇੱਕ ਸੋਲਿਊਸ਼ਨ ਹੈ ਅਤੇ ਸਬਸਟੀਟਿਊਟ ਠੀਕ ਹੈ। ਇਹ ਤੁਸੀਂ ਕੀਤਾ ਹੈ ਜਿੱਥੋਂ ਤੱਕ ਮੈਨੂੰ ਪਤਾ ਹੈ। ਤੁਸੀਂ ਕੀ ਕਰਦੇ ਹੋ? ਸਬਸਟੀਟਿਊਟ ਡੈਰੀਵੇਟਿਵ ਲੈਂਦੇ ਹੋ। ਦੁਬਾਰਾ ਤੁਸੀਂ ਡਬਲ ਡੈਰੀਵੇਟਿਵ ਲੈਂਦੇ ਹੋ ਕਿਉਂਕਿ ਇਹ ਉਹੀ ਹੁੰਦਾ ਹੈ ਜੋ ਤੁਹਾਡੇ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਵਿੱਚ ਲੋੜੀਂਦਾ ਹੈ। ਠੀਕ ਹੈ। ਤੁਹਾਡੇ ਇਹ ਕਰਨ ਤੋਂ ਬਾਅਦ ਤੁਹਾਡੇ ਕੋਲ ਦਿੱਤੇ ਗਏ ਇਸ ਇਨਕੋਰਪੋਰੇਟਡ ਸੋਲਿਊਸ਼ਨ ਦੇ ਨਾਲ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਹੈ। ਚੈੱਕ ਕਰੋ ਕਿ ਇਹ ਪੂਰਾ ਹੁੰਦਾ ਹੈ ਜਾਂ ਨਹੀਂ। ਪਰ ਇਹ ਉਹ ਹੈ ਜੋ ਤੁਸੀਂ ਪ੍ਰਾਪਤ ਕਰਦੇ ਹੋ। ਫਿਰ ਤੁਸੀਂ ਕੀ ਕਰਦੇ ਹੋ? ਮੈਨੂੰ ਅਜੇ ਵੀ ਸਪਸ਼ਟ ਨਹੀਂ ਹੈ ਕਿ ਇਹ ਇੱਕ ਸੋਲਿਊਸ਼ਨ ਹੈ। ਮੈਂ ਇਹ ਕਿਵੇਂ ਚੈੱਕ ਕਰਾਂ? ਤੁਹਾਨੂੰ x ਦੀ ਹਰੇਕ ਪਾਵਰ ਲਈ ਦੋਵਾਂ ਸਾਈਡਸ ਦੀ ਤੁਲਨਾ ਕਰਨੀ ਪਵੇਗੀ ਕਿਉਂਕਿ ਇਹ ਕਿਸੇ ਵੀ x ਲਈ ਵੈਲਿਡ ਹੈ। ਇਸ ਲਈ ਤੁਹਾਨੂੰ x ਦੀ ਹਰੇਕ ਵੈਲਿਊ ਲਈ ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ ਦੀ ਤੁਲਨਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ। e2ax ਸਕੁਏਅਰ ਕਿਸੇ ਵੀ ਤਰ੍ਹਾਂ ਕੈਂਸਲ ਹੋ ਜਾਂਦਾ ਹੈ ਹਰ ਜਗ੍ਹਾ। ਤੁਸੀਂ ਇਸ ਨੂੰ ਹਟਾ ਸਕਦੇ ਹੋ ਅਤੇ ਦੋਨੋਂ ਸਾਈਡਸ ਤੇ x ਦੀਆਂ ਪਾਵਰ ਦੀ ਤੁਲਨਾ ਕਰ ਸਕਦੇ ਹੋ। ਠੀਕ ਹੈ। ਇਸ ਲਈ ਉੱਥੋਂ ਕੀ ਫਿਕਸ ਕੀਤਾ ਜਾ ਸਕਦਾ ਹੈ? ਅਸੀਂ ਸਮਾਲ a ਨੂੰ ਫਿਕਸ ਕਰ ਸਕਦੇ ਹਾਂ
ਅਸੀਂ એનર્ਜੀ ਨੂੰ ਵੀ ਫਿਕਸ ਕਰ ਸਕਦੇ ਹਾਂ। ਕੀ ਇਹ ਸਹੀ ਹੈ? ਉਹ ਟਰਮ ਜੋ ਹੀ ਹੈ। ਇੱਥੇ 2x ਸਕੁਏਅਰਡ ਟਰਮਜ਼ ਹਨ। 2x ਸਕੁਏਅਰਡ ਟਰਮਜ਼ ਨੂੰ ਇਹਨਾਂ 0 ਤੇ ਸੈੱਟ ਕੀਤਾ ਜਾ ਸਕਦਾ ਹੈ। ਇਹਨਾਂ ਦੋ ਟਰਮਜ਼ ਦਾ ਸਮ ਇਸੇ ਤਰ੍ਹਾਂ ਹੈ। x ਤੋਂ ਇੱਕ ਕਾਂਸਟੈਂਟ ਇੰਡੀਪੈਂਡੈਂਟ ਹੈ, ਇਸ ਨੂੰ e ਦੇ ਬਰਾਬਰ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰੋ ਕਿ ਇਹ ਕਾਂਸਟੈਂਟ ਟਰਮ ਨੂੰ e ਦੇ ਬਰਾਬਰ ਕਰੋ ਅਤੇ x ਸਕੁਏਅਰਡ ਟਰਮ ਨੂੰ ਇਸ ਦੇ ਬਰਾਬਰ ਕਰੋ, ਬਰਾਬਰ ਇਸ ਦੇ। ਇਸ ਲਈ ਉੱਥੋਂ ਤੁਸੀਂ ਹੱਲ ਕਰ ਸਕਦੇ ਹੋ ਕਿ ਇਹ ਕੀ ਹੈ, ਸਮਾਲ a ਅਤੇ ਕੈਪੀਟਲ E ਕੀ ਹੈ, ਅਤੇ ਇਹ ਹਾਫ h ਕ੍ਰਾਸ ਓਮੇਗਾ ਬਣ ਜਾਂਦਾ ਹੈ ਅਤੇ ਇਹਨੂੰ ਇਸ ਕਾਂਸਟੈਂਟ ਲਈ ਫਿਕਸ ਕੀਤਾ ਜਾ ਸਕਦਾ ਹੈ। ਇਸ ਲਈ ਇੱਕ ਵਾਰ ਤੁਹਾਡੇ ਕੋਲ ਇਹ ਹੋ ਜਾਣ ਤੇ ਤੁਸੀਂ ਸੋਲਿਊਸ਼ਨ ਦੇ ਰੂਪ ਵਿੱਚ ਆਪਣੇ x ਨੂੰ ਰੋ ਦੀ ਟਰਮਜ਼ ਵਿੱਚ ਦੁਬਾਰਾ ਲਿਖ ਕੇ ਆਪਣਾ ਸਭ ਤੋਂ ਜਨਰਲ ਸੋਲਿਊਸ਼ਨ ਲਿਖ ਸਕਦੇ ਹੋ। ਇਸ ਲਈ ਮੈਂ ਤੁਹਾਨੂੰ ਸੋਲਿਊਸ਼ਨ ਪਤਾ ਕਰਨ ਦੇ ਦੋ ਤਰੀਕੇ ਦੱਸੇ ਹਨ ਅਤੇ ਅਸੀਂ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਵੈਲਿਡ ਸੋਲਿਊਸ਼ਨ ਹੈ। ਇਸ ਲਈ ਰੋ ਉਹਨਾਂ ਫੈਕਟਰਸ ਤੇ ਨਿਰਭਰ ਕਰਦਾ ਹੈ ਜੋ x ਦੇ ਪ੍ਰੋਪੋਰਸ਼ਨਲ ਹੁੰਦੇ ਹਨ ਅਤੇ ਨੋਰਮਲਾਈਜੇਸ਼ਨ ਕੰਡੀਸ਼ਨ ਤੁਹਾਡੇ ਲਈ ਫਿਕਸ ਕਰੇਗੀ ਕਿ ਇਹ ਨੋਰਮਲਾਈਜੇਸ਼ਨ ਫੈਕਟਰ ਕੀ ਹੈ। ਇਹ ਇੰਟੀਗਰਲ ਤੁਹਾਨੂੰ ਕੀ ਦੇਣ ਜਾ ਰਿਹਾ ਹੈ? ਸਕੁਏਅਰ ਰੂਟ ਆਫ ਪਾਈ ਡਿਵਾਈਡਡ ਬਾਈ 2 ਸਕੁਏਅਰ ਰੂਟ ਆਫ 2। ਠੀਕ ਹੈ। ਹਰ ਕਿਸੇ ਨੂੰ ਗਾਮਾ ਫੰਕਸ਼ਨ ਬਾਰੇ ਪਤਾ ਹੈ। ਕੀ ਮੈਂ ਮੰਨ ਸਕਦੀ ਹਾਂ? ਠੀਕ ਹੈ। ਇਸ ਲਈ ਉਹ ਗਾਮਾ ਫੰਕਸ਼ਨ ਜੇਕਰ ਤੁਸੀਂ ਵਰਤੋਂ ਕਰਦੇ ਹੋ ਤਾਂ ਤੁਸੀਂ ਨੋਰਮਲਾਈਜੇਸ਼ਨ ਕੰਡੀਸ਼ਨ ਨੂੰ ਫਿਕਸ ਕਰ ਸਕਦੇ ਹੋ। ਮੋਡ a ਸਕੁਏਅਰਡ ਕਿਹੜਾ ਹੈ ਕਿ ਇਹ ਸਹੀ ਹੈ? ਇਹ ਨੋਰਮਲਾਈਜੇਸ਼ਨ ਕੰਡੀਸ਼ਨ ਹੈ ਅਤੇ ਇਹ ਸਾਨੂੰ ਗਰਾਊਂਡ ਸਟੇਟ ਲਈ ਇੱਕ ਪੂਰਾ ਸੋਲਿਊਸ਼ਨ ਪ੍ਰਦਾਨ ਕਰਦਾ ਹੈ। x ਦਾ ਸਾਈਜ਼ 0। ਤੁਸੀਂ ਸੁਵਿਧਾ ਲਈ ਰੋ ਦੀ ਟਰਮਜ਼ ਵਿੱਚ ਇਸ ਨੂੰ ਦੁਬਾਰਾ ਲਿਖ ਸਕਦੇ ਹਾਂ, ਪਰ ਤੁਸੀਂ ਇਸ ਨੂੰ ਵਾਪਸ ਬਦਲ ਸਕਦੇ ਹੋ ਅਤੇ ਇਸ ਨੂੰ ਫਿਜ਼ੀਕਲ x ਕੋਆਰਡੀਨੇਟ ਦੇ ਰੂਪ ਵਿੱਚ ਦੁਬਾਰਾ ਲਿਖ ਸਕਦੇ ਹੋ ਅਤੇ ਇੱਕ ਨੋਰਮਲਾਈਜੇਸ਼ਨ ਹੈ। ਇਸ ਲਈ E ਨਾਟ ਗਰਾਊਂਡ ਸਟੇਟ એનર્ਜੀ ਹੈ। ਅਤੇ ਤੁਹਾਡੇ ਕਲਾਸੀਕਲ ਫਿਜ਼ਿਕਸ ਦੇ ਵਿਪਰੀਤ, ਜਿੱਥੇ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਹਾਰਮੋਨਿਕ ਓਸੀਲੇਟਰ ਲਈ ਗਰਾਊਂਡ ਸਟੇਟ એનર્ਜੀ ਕੀ ਹੈ, ਤੁਸੀਂ ਕਹੋਗੇ ਕਿ ਇਹ 0 ਹੈ। ਠੀਕ ਹੈ। ਕਲਾਸੀਕਲ એનર્ਜੀ 0 ਹੈ। ਪਰ ਕੁਆਂਟਮ ਮਕੈਨਿਕਸ ਸੋਲਵਿੰਗ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਲੋਐਸਟ એનર્ਜੀ ਨਾਨ 0 ਹੈ, ਜੋ ਹਾਫ h ਕ੍ਰਾਸ ਓਮੇਗਾ ਹੈ। ਇਸ ਲਈ ਤੁਹਾਨੂੰ ਉਸ ਟਾਈਮ ਸ਼੍ਰੋਡਿੰਗਰ ਇਕੁਏਸ਼ਨ ਤੇ ਵਾਪਸ ਲਿਆਉਣ ਲਈ ਜੋ ਅਸੀਂ ਦੇਖਿਆ ਕਿ ਲਾਰਜ ਰੋ ਲਈ ਤੁਸੀਂ ਇਕੁਏਸ਼ਨ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਇਸ ਤਰ੍ਹਾਂ ਸਭ ਤੋਂ ਜਨਰਲ ਸੋਲਿਊਸ਼ਨ ਲਿਖ ਸਕਦੇ ਹੋ ਅਤੇ t ਟੈਂਡਿੰਗ ਟੂ ਇਨਫਿਨਿਟੀ ਲੈਂਦੇ ਹੋਏ ਸਾਨੂੰ ਸਿਰਫ ਸਾਈ ਆਫ x ਨੂੰ ਦੇਖਣ ਲਈ ਮਜਬੂਰ ਕਰੇਗਾ, ਜੋ ਕਿ e ਪਾਵਰ ਆਫ ਮਾਈਨਸ ਰੋ ਸਕੁਏਅਰ ਬਾਈ 2 ਹੈ। ਇਸ ਦੇ ਪਿੱਛੇ ਅਸੀਂ ਕੁਝ ਟ੍ਰਾਂਸਪੈਰੈਂਸੀਜ਼ ਦੇਖੀਆਂ ਹਨ। ਠੀਕ ਹੈ। ਮੇਰਾ ਉਦੇਸ਼ ਕੀ ਹੈ? ਮੇਰਾ ਉਦੇਸ਼ ਕੋਸ਼ਿਸ਼ ਕਰਨਾ ਅਤੇ ਪਤਾ ਲਗਾਉਣਾ ਹੈ। ਇਸ ਲਈ ਇਹ ਟ੍ਰੈਂਡ ਲਾਰਜ ਰੋ ਲਈ ਹੈ, ਪਰ ਫਾਈਨਾਈਟ ਰੋ ਦੇ ਲਈ ਕਿਸੇ ਵੀ ਰੋ ਲਈ ਮੈਨੂੰ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਲਈ ਆਪਣਾ ਸੋਲਿਊਸ਼ਨ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ, ਜੋ ਅਸੀਂ ਨਹੀਂ ਕੀਤਾ ਹੈ। ਹੁਣ ਤੱਕ ਅਸੀਂ ਲਾਰਜ ਰੋ ਦੇ ਲਈ ਸੋਲਿਊਸ਼ਨ ਨੂੰ ਦੇਖਿਆ ਹੈ ਅਤੇ ਉਸੇ ਫੋਰਮ ਦਾ ਇੱਕ ਟ੍ਰਾਇਲ ਸੋਲਿਊਸ਼ਨ ਵੀ ਸੀ ਅਤੇ ਅਸੀਂ ਪੁਸ਼ਟੀ ਕੀਤੀ ਕਿ ਸਾਨੂੰ એનર્ਜੀ ਮਿਲੀ ਅਤੇ ਫਿਰ એનર્ਜੀ ਹਾਫ h ਕ੍ਰਾਸ ਓਮੇਗਾ ਸੀ। ਆਈਡੀਅਲੀ ਤੁਹਾਨੂੰ ਕਿਸੇ ਵੀ ਰੋ ਲਈ ਸ਼੍ਰੋਡਿੰਗਰ ਇਕੁਏਸ਼ਨ ਦਾ ਸੋਲਿਊਸ਼ਨ ਕਰਨਾ ਚਾਹੀਦਾ ਹੈ, ਜੋ ਅਸੀਂ ਨਹੀਂ ਕੀਤਾ ਹੈ। ਇਸ ਲਈ ਆਓ ਅਸੀਂ ਮੰਨੀਏ ਕਿ ਵੇਵ ਫੰਕਸ਼ਨ ਜੋ ਸਾਡੇ ਕੋਲ ਹੈ, ਠੀਕ ਹੈ, ਉਹ ਰੋ ਮਲਟੀਪਲਾਈਂਗ e2 ਮਾਈਨਸ ਰੋ ਸਕੁਏਅਰ ਬਾਈ 2 ਦਾ ਸਮ ਫੰਕਸ਼ਨ ਹੈ। ਬਾਅਦ ਵਿੱਚ ਅਸੀਂ ਦੇਖਾਂਗੇ ਕਿ x ਦੀ ਟਰਮਜ਼ ਵਿੱਚ ਰੋ ਕੀ ਹੈ, ਜੋ ਕਿ ਸਿਰਫ ਪਰੀਡੈਫੀਨੇਸ਼ਨ ਦਾ ਮਾਮਲਾ ਹੈ। ਸੁਵਿਧਾ ਲਈ ਅਸੀਂ ਵੇਰੀਏਬਲ ਰੋ ਨਾਲ ਕੰਮ ਕਰਾਂਗੇ। ਠੀਕ ਹੈ। ਤੁਸੀਂ ਇਸ ਨੂੰ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਵਿੱਚ ਜੋੜਦੇ ਹੋ। ਅਸੀਂ ਕੀ ਕਰਾਂਗੇ? ਅਸੀਂ ਇਸ ਨੂੰ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਵਿੱਚ ਸਬਸਟੀਟਿਊਟ ਕਰਾਂਗੇ। ਅਲਫਾ એનર્ਜੀ ਦੇ ਪ੍ਰੋਪੋਰਸ਼ਨਲ ਹੈ। ਇਸ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਸੋਲਿਊਸ਼ਨ ਕੀ ਹੈ। ਇਹ ਸਪਸ਼ਟ ਨਹੀਂ ਹੈ। ਜਾਓ ਅਤੇ ਮੈਥਮੈਟਿਕਲ ਦੇ ਸਪੈਸ਼ਲ ਫੰਕਸ਼ਨ ਦੇਖੋ। ਤੁਸੀਂ ਇਹ ਨਿਰਧਾਰਿਤ ਕਰ ਸਕਦੇ ਹੋ ਕਿ ਸੋਲਿਊਸ਼ਨ ਕੀ ਹੈ, ਪਰ ਅਸੀਂ ਇਹ ਪਹਿਲੇ ਪ੍ਰਿੰਸੀਪਲ ਤੋਂ ਕਰਨਾ ਚਾਹੁੰਦੇ ਹਾਂ। ਸੋਲਿਊਸ਼ਨ ਕਿਵੇਂ ਪਤਾ ਕਰਨਾ ਹੈ? ਇਹ ਕਰਨ ਲਈ ਕਿ ਅਸੀਂ ਕੀ ਕਰਦੇ ਹਾਂ, ਤੁਹਾਡੇ ਕੋਲ ਇੱਥੇ ਇੱਕ ਐਕਸਪੋਨੈਂਸ਼ੀਅਲ ਫੈਕਟਰ ਹੈ। ਤੁਸੀਂ ਇਸ ਨੂੰ ਕਿਸੇ ਕਿਸਮ ਦਾ ਪੋਲੀਨੋਮੀਅਲ ਫੰਕਸ਼ਨ ਬਣਾਉਣਾ ਚਾਹੋਗੇ। ਸਿਧਾਂਤਕ ਤੌਰ ਤੇ ਇਹ ਇੱਕ ਇਨਫਾਈਨਾਈਟ ਸੀਰੀਜ਼ ਹੋ ਸਕਦੀ ਹੈ।
ਇਸ ਨੂੰ ਇੱਕ ਲੋਰੈਂਟ ਸੀਰੀਜ਼ ਕਹਿ ਸਕਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ। ਇਹ ਸਭ ਤੋਂ ਜਨਰਲ ਐਚ-ਹਾਫ ਰੋ ਹੈ। ਜਦੋਂ ਮੇਰੇ ਕੋਲ ਇਸ ਪੋਲੀਨੋਮੀਅਲ ਫਾਰਮ ਵਿੱਚ ਇਹ ਐਚ-ਹਾਫ ਰੋ ਹੈ ਤਾਂ ਮੈਂ ਇੱਕ ਪੋਲੀਨੋਮੀਅਲ ਫਾਰਮ ਵਿੱਚ ਲੈਣ ਬਾਰੇ ਸੋਚ ਸਕਦੀ ਹਾਂ। ਮੈਂ ਇਸ ਨੂੰ ਸਿੰਪਲੀਫਾਈਡ ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਵਿੱਚ ਵਾਪਸ ਪਲੱਗ ਕਰਦੀ ਹਾਂ ਜਿੱਥੇ ਇਹ ਫੈਕਟਰ ਪੂਰੀ ਤਰ੍ਹਾਂ ਕੈਂਸਲ ਹੋ ਗਿਆ ਸੀ, ਸਭ ਜਗ੍ਹਾ ਠੀਕ ਹੈ। ਫਿਰ ਤੁਸੀਂ ਕੀ ਪ੍ਰਾਪਤ ਕਰਦੇ ਹੋ? ਤੁਹਾਨੂੰ ਇੱਕ ਤਰ੍ਹਾਂ ਦੀ ਸੀਰੀਜ਼ ਮਿਲਦੀ ਹੈ ਜੋ ਕੋਐਫੀਸ਼ੀਐਂਟ ਤੇ ਡਿਪੈਂਡੈਂਟ ਹੈ। ਇਹ n ਕੋਐਫੀਸ਼ੀਐਂਟ ਹਨ। ਤੁਹਾਨੂੰ ਇਸ ਤਰ੍ਹਾਂ ਦੀ ਸੀਰੀਜ਼ ਮਿਲਦੀ ਹੈ। ਰੋ ਆਫ r ਦੀ ਹਰੇਕ ਪਾਵਰ ਲਈ ਤੁਸੀਂ ਇਸ ਅਨੁਸਾਰ ਟਰਮਜ਼ ਦਾ ਗਰੁੱਪ ਬਣਾ ਸਕਦੇ ਹੋ। ਕਿਰਪਾ ਕਰਕੇ ਸਟੈਪ ਕਰੋ। h ਆਫ r ਨੂੰ ਸਬਸਟੀਟਿਊਟ ਕਰਕੇ ਇਸ ਸਟੈਪ ਤੋਂ ਇਸ ਸਟੈਪ ਤੇ ਜਾਓ ਅਤੇ ਫਿਰ ਇੱਕ ਪਾਰਟਿਕੂਲਰ ਰੋ ਪਾਵਰ ਰੋ ਆਫ r ਲਈ ਉਹਨਾਂ ਸਾਰੀਆਂ ਟਰਮਜ਼ ਨੂੰ ਜਿਨ੍ਹਾਂ ਨੇ ਇਸ ਨੂੰ ਸਕੁਏਅਰ ਬ੍ਰੈਕਟ ਵਿੱਚ ਲਿਖਿਆ ਹੈ ਅਤੇ ਫਿਰ r 0 ਤੋਂ ਇਨਫਿਨਿਟੀ ਤੱਕ ਰਨ ਕਰ ਰਿਹਾ ਹੈ। ਮੈਂ ਇਹ ਕਿਉਂ ਕੀਤਾ ਹੈ? ਇਹ ਕਰਨ ਦਾ ਕਾਰਨ ਕੀ ਹੈ? ਇਹ ਆਰਬਿਟਰੇਰੀ ਰੋ ਦੇ ਲਈ ਸੋਲਿਊਸ਼ਨ ਹੋਣਾ ਚਾਹੀਦਾ ਹੈ। ਇਸ ਲਈ ਇਹ ਬ੍ਰੈਕਟ ਸਕੁਏਅਰ ਬ੍ਰੈਕਟ ਕੋਐਫੀਸ਼ੀਐਂਟ ਰੋ ਦੀ ਹਰੇਕ ਪਾਵਰ ਲਈ 0 ਹੋਣਾ ਚਾਹੀਦਾ ਹੈ। ਜਿਵੇਂ ਅਸੀਂ ਪਹਿਲਾਂ ਕੀਤਾ ਸੀ। ਇੱਕ ਸਰਲ ਇਹੀ ਪਾਵਰ ਹੈ x ਸਕੁਏਅਰ ਲਈ x ਇੰਡੀਪੈਂਡੈਂਟ ਅਤੇ x ਸਕੁਏਅਰ ਡਿਪੈਂਡੈਂਟ ਟਰਮ ਦੀ ਤੁਲਨਾ ਕਰਨਾ। ਹੁਣ ਅਸੀਂ ਇਸ ਨੂੰ ਇਸ ਵਿੱਚ ਸਬਸਟੀਟਿਊਟਿੰਗ ਲਈ ਕਰਨ ਜਾ ਰਹੇ ਹਾਂ ਜੋ ਕਿ ਕਿਸੇ ਵੀ ਰੋ ਲਈ ਸਭ ਤੋਂ ਵੈਲਿਡ ਜਨਰਲ ਸੋਲਿਊਸ਼ਨ ਹੈ। ਇਸ ਲਈ ਤੁਹਾਡੇ ਕੋਲ ਕਿਹੜੀਆਂ ਚੀਜ਼ਾਂ ਹੋਣਗੀਆਂ? ਤੁਸੀਂ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ ਜੇਕਰ ਤੁਸੀਂ ਇਸ ਤੋਂ ਦੇਖਦੇ ਹੋ। ਇਹ ਹਮੇਸ਼ਾ ਇਸ ਸਕੁਏਅਰ ਬ੍ਰੈਕਟ ਵਿੱਚ ਕੋਐਫੀਸ਼ੀਐਂਟ ਸ਼ਾਮਿਲ ਹੁੰਦੇ ਹਨ ਜੋ ਕੇਵਲ 2 ਸਟੈਪ ਵਿੱਚ ਹੁੰਦੇ ਹਨ। ਇਸ ਲਈ ਇਹ ਰਿਲੇਸ਼ਨ ਇਸ ਨੂੰ 0 ਤੇ ਸੈੱਟ ਕਰਨ ਨਾਲ ਇਹ r+2 ਇਨ ਟਰਮਜ਼ ਆਫ r ਨੂੰ ਰਿਲੇਟ ਕਰੇਗਾ। ਠੀਕ ਹੈ, ਹਰ ਕੋਈ ਮੇਰੇ ਨਾਲ ਸਹਿਮਤ ਹੈ। ਕੀ ਇਹ ਸਹੀ ਹੈ? ਤੁਹਾਨੂੰ ਇਹ r+2 ਇਨ ਟਰਮਜ਼ ਆਫ r+1 ਨਹੀਂ ਮਿਲਦਾ। ਇਹ ਸਾਨੂੰ ਕੀ ਦੱਸਦਾ ਹੈ? ਮੈਂ ਆਪਣੇ h-ਹਾਫ ਰੋ ਨੂੰ 2 ਭਾਗਾਂ ਵਿੱਚ ਵਿਭਾਜਿਤ ਕਰ ਸਕਦੀ ਹਾਂ, ਇੱਕ ਵਿੱਚ ਆਡ ਪਾਵਰ ਹੁੰਦੀਆਂ ਹਨ, ਦੂਜੇ ਵਿੱਚ ਈਵਨ ਪਾਵਰ ਹੁੰਦੀਆਂ ਹਨ ਅਤੇ ਈਵਨ ਪਾਵਰ ਦੇ ਐਫੀਸ਼ੀਐਂਟ ਇਸ ਨਾਲ ਸੰਬੰਧਿਤ ਹਨ। ਇਸੇ ਤਰ੍ਹਾਂ ਆਡ ਪਾਵਰ ਇਸ ਨਾਲ ਸੰਬੰਧਿਤ ਹਨ। ਜਦੋਂ r ਈਵਨ ਹੁੰਦਾ ਹੈ, ਕੋਐਫੀਸ਼ੀਐਂਟਸ r ਦੇ ਈਵਨ ਹੋਣ ਨਾਲ ਇਸ ਨਾਲ ਸੰਬੰਧਿਤ ਹੁੰਦੇ ਹਨ ਅਤੇ ਜਦੋਂ r ਆਡ ਹੁੰਦਾ ਹੈ ਤਾਂ ਕੋਐਫੀਸ਼ੀਐਂਟਸ ਇਸ ਨਾਲ ਸੰਬੰਧਿਤ ਹੁੰਦੇ ਹਨ ਜਿੱਥੇ r ਆਡ ਹੈ। ਠੀਕ ਹੈ, ਇਸ ਲਈ ਇਹ ਉਹ ਡੇਟਾ ਹੈ ਜੋ ਅਸੀਂ h-ਹਾਫ ਰੋ ਨੂੰ ਪੋਲੀਨੋਮੀਅਲ ਸੀਰੀਜ਼ ਦੇ ਰੂਪ ਵਿੱਚ ਲੈ ਕੇ ਸ਼੍ਰੋਡਿੰਗਰ ਇਕੁਏਸ਼ਨ ਵਿੱਚ ਜੋੜ ਕੇ ਪ੍ਰਾਪਤ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਕੋਐਫੀਸ਼ੀਐਂਟ ਇੰਡੀਪੈਂਡੈਂਟ ਨਹੀਂ ਹਨ। ਸੰਬੰਧਿਤ ਪਾਵਰ ਦਾ ਕੋਐਫੀਸ਼ੀਐਂਟ ਈਵਨ ਪਾਵਰਸ ਜਾਂ ਆਡ ਪਾਵਰਸ ਉਹ ਇਸ ਫੈਕਟਰ ਦੇ ਨਾਲ ਲੋਅਰ ਕੋਐਫੀਸ਼ੀਐਂਟ ਨਾਲ ਸੰਬੰਧਿਤ ਹਨ ਜੋ ਕਿ ਅਲਫਾ ਤੇ ਡਿਪੈਂਡ ਹੁੰਦਾ ਹੈ। ਅਲਫਾ ਐਨਰਜੀ ਦੇ ਪ੍ਰੋਪੋਰਸ਼ਨਲ ਹੈ। ਠੀਕ ਹੈ, ਇਹ ਉਹ ਪਰਿਭਾਸ਼ਾ ਹੈ ਜੋ ਸਾਡੇ ਕੋਲ ਹੈ। ਠੀਕ ਹੈ, ਇਸ ਲਈ ਅਲਫਾ ਕਿਸ ਦੇ ਪ੍ਰੋਪੋਰਸ਼ਨਲ ਸੀ? ਅਲਫਾ ਐਨਰਜੀ ਦੇ ਪ੍ਰੋਪੋਰਸ਼ਨਲ ਹੈ। ਠੀਕ ਹੈ। ਠੀਕ ਹੈ, ਇਸ ਲਈ ਇਹ ਮੈਂ ਪਹਿਲਾਂ ਹੀ ਕਿਹਾ ਹੈ ਕਿ ਇਸ ਕੰਡੀਸ਼ਨ ਤੋਂ ਤੁਸੀਂ ਰੋ ਦੀਆਂ ਈਵਨ ਪਾਵਰਸ ਦੇ ਨਾਲ ਸੀਰੀਜ਼ ਨਾਲ h-ਹਾਫ ਰੋ ਲਿਖ ਸਕਦੇ ਹੋ, ਲੋਅਰ ਕੋਐਫੀਸ਼ੀਐਂਟ ਨਾਲ ਸੰਬੰਧਿਤ ਹਾਇਰ ਪਾਵਰਸ ਦੇ ਕੋਐਫੀਸ਼ੀਐਂਟ ਦੇ ਨਾਲ ਅਤੇ ਇਸੇ ਤਰ੍ਹਾਂ ਰੋ ਦੀਆਂ ਆਡ ਪਾਵਰਸ ਨਾਲ ਇੱਕ ਹੋਰ ਸੀਰੀਜ਼। ਇਸ ਲਈ ਇਸ r ਨੂੰ ਕਿਸੇ ਰੇਡੀਅਲ ਕੋਆਰਡੀਨੇਟ ਜਾਂ ਪੋਜੀਸ਼ਨ ਨਾਲ ਨਾ ਉਲਝਾਓ। ਇਹ r ਕੋਐਫੀਸ਼ੀਐਂਟਸ ਵਿੱਚ ਸਬਸਕ੍ਰਿਪਟ r ਹੈ ਜੋ ਪਾਵਰ ਸੀਰੀਜ਼ ਵਿੱਚ ਮੌਜੂਦ ਹਨ ਜੋ ਅਸੀਂ h-ਹਾਫ ਰੋ ਲਈ ਲਿਖੀ ਹੈ। ਠੀਕ ਹੈ।
ਸਬਸਕ੍ਰਿਪਟ R। ਆਓ ਅਸੀਂ ਇਸ ਸਬਸਕ੍ਰਿਪਟ R ਨੂੰ ਬਹੁਤ ਲਾਰਜ ਮੰਨੀਏ। ਜੇਕਰ ਮੈਂ R ਨੂੰ ਬਹੁਤ ਲਾਰਜ ਮੰਨਦੀ ਹਾਂ, ਫਿਰ ਇਹ R ਬਹੁਤ ਲਾਰਜ ਹੈ। ਤੁਸੀਂ ਇਹਨਾਂ ਕਨਸਟੈਂਟਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਅਤੇ ਤੁਸੀਂ ਆਖਰਕਾਰ ਆਖੋਗੇ ਕਿ ਲਾਰਜ ਸਬਸਕ੍ਰਿਪਟ R ਦੇ ਕੋਐਫੀਸ਼ੀਐਂਟ ਉਹ 2 ਓਵਰ R ਦੁਆਰਾ ਲੋਅਰ ਕੋਐਫੀਸ਼ੀਐਂਟਸ ਨਾਲ ਸੰਬੰਧਿਤ ਹੋਣਗੇ। ਮੇਰਾ ਉਦੇਸ਼ ਸੋਲਿਊਸ਼ਨ ਲੱਭਣਾ ਹੈ, ਇਸ ਲਈ ਮੈਂ ਸ਼੍ਰੋਡਿੰਗਰ ਇਕੁਏਸ਼ਨ ਨੂੰ ਦੇਖਣ ਦੀ ਬਜਾਏ ਪਹਿਲੇ ਸਿਧਾਂਤ ਤੋਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਸੋਲਿਊਸ਼ਨ ਲੱਭਣ ਲਈ ਗਣਿਤ ਵਿਗਿਆਨੀਆਂ ਦੇ ਸਾਹਿਤ ਨੂੰ ਵੇਖਣ ਦੀ ਬਜਾਏ ਮੈਂ ਅਜਿਹਾ ਨਹੀਂ ਕਰ ਰਹੀ ਹਾਂ। ਮੈਂ ਤੁਹਾਨੂੰ ਇੱਕ ਤਰੀਕਾ ਦੱਸ ਰਹੀ ਹਾਂ ਜਿਸ ਵਿੱਚ ਤੁਸੀਂ ਇੱਕ ਜਨਰਲ ਪਾਵਰ ਸੀਰੀਜ਼ h ਆਫ ਰੋ ਟਾਈਮ ਅਸੀਂ 2 ਦੱਦਾ ਮਾਈਨਸ ਰੋ ਸਕੁਏਅਰ ਬਾਈ 2 ਲੈ ਕੇ ਅਸਲ ਵਿੱਚ ਸੋਲਿਊਸ਼ਨ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਲਾਰਜ ਰੋ ਦੇ ਲਈ e 2 ਦੱਦਾ ਮਾਈਨਸ ਰੋ ਸਕੁਏਅਰ ਬਾਈ 2 ਹੈ। ਅਸੀਂ ਇਹ ਸ਼੍ਰੋਡਿੰਗਰ ਇਕੁਏਸ਼ਨ ਵਿੱਚ ਇਹ ਦੇਖਿਆ ਹੈ ਕਿ ਇਹ ਠੀਕ ਹੈ, ਤਾਂ ਫਿਰ ਤੁਹਾਡੇ ਕੋਲ ਇਸ ਸੋਲਿਊਸ਼ਨ ਲਈ ਅੱਗੇ ਕੀ ਹੈ? ਲਾਰਜ ਰੋ ਲਈ ਵੀ ਇਹ ਇੱਕ ਵੈਲਿਡ ਸੋਲਿਊਸ਼ਨ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਰੋ ਨੂੰ ਲਾਰਜ ਲੈਂਦੇ ਹੋਏ ਅਤੇ ਕੋਐਫੀਸ਼ੀਐਂਟਸ 1 ਤੋਂ ਪ੍ਰਮੁੱਖ ਕੰਟਰੀਬਿਊਸ਼ਨ ਤੋਂ ਸਕੁਏਅਰ ਆਵੇਗਾ n ਬਹੁਤ ਲਾਰਜ ਹੈ। ਕੀ ਇਹ ਸਹੀ ਹੈ? ਇਸ ਲਈ ਲਾਰਜ ਰੋ ਲਈ ਤੁਸੀਂ h ਆਫ R ਦਾ ਅਨੁਮਾਨ ਲਗਾ ਸਕਦੇ ਹੋਏ ਇਸੇ R ਨੂੰ ਲੈ ਕੇ ਬਿਲਕੁਲ ਬਰਾਬਰ ਨਹੀਂ ਹੈ। ਇਹ ਤੁਸੀਂ ਸਿਰਫ ਲਾਰਜ ਰੋ ਲਈ ਕਰ ਸਕਦੇ ਹੋ ਕਿਉਂਕਿ ਪ੍ਰਮੁੱਖ ਕੰਟਰੀਬਿਊਸ਼ਨ ਉਹਨਾਂ ਕੋਐਫੀਸ਼ੀਐਂਟਸ ਤੋਂ ਆਵੇਗਾ। ਤੁਸੀਂ ਰੋ ਸਕੁਏਅਰ ਦੀ ਪਾਵਰ ਨੂੰ c e ਵਰਗਾ ਦੇਖਣ ਲਈ ਲਾਰਜ ਰੋ ਲਈ h ਆਫ ਰੋ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦੀ ਇਜਾਜ਼ਤ ਹੈ ਜਦੋਂ ਰੋ ਟੈਂਡਸ ਟੂ ਇਨਫਿਨਿਟੀ ਬਲੋ ਅਪ ਹੁੰਦਾ ਤਾਂ ਇਸ ਦੀ ਇਜਾਜ਼ਤ ਨਹੀਂ ਹੈ। ਤੁਸੀਂ ਸਾਰੇ ਸਹਿਮਤ ਹੋ? ਤਾਂ ਇਸ ਤੋਂ ਬਾਹਰ ਦਾ ਰਸਤਾ ਕੀ ਹੈ? ਕਿਵੇਂ ਇਸ ਦੀ ਇਜਾਜ਼ਤ ਨਹੀਂ ਹੈ? ਜੇ ਮੈਂ h ਆਫ ਰੋ ਲਈ ਇੱਕ ਇਨਫਾਈਨਾਈਟ ਸੀਰੀਜ਼ ਪੋਲੀਨੋਮੀਅਲ ਸੋਲਿਊਸ਼ਨ ਲੈਂਦੀ ਹਾਂ ਤਾਂ ਮੈਂ ਸਟਕ ਹੋ ਜਾਂਦੀ ਹਾਂ। ਆਓ ਅਸੀਂ ਫਾਈਨਾਈਟ ਸੀਰੀਜ਼ ਪੋਲੀਨੋਮੀਅਲ ਨਾਲ ਕੰਮ ਕਰੀਏ। ਇਹ ਇੱਕੋ ਇੱਕ ਤਰੀਕਾ ਹੈ ਜਿਸ ਨੂੰ ਮੈਂ ਅਵੋਇਡ ਕਰ ਸਕਦੀ ਹਾਂ। ਮੇਰਾ ਵੇਵ ਫੰਕਸ਼ਨ ਹੈ not to below up, ਠੀਕ ਹੈ। ਇਸ ਲਈ ਇਹ ਨੋਰਮਲਾਈਜ਼ੇਬਲ ਨਹੀਂ ਹੈ। h ਆਫ ਰੋ ਨੂੰ ਇੱਕ ਫਾਈਨਾਈਟ ਸੀਰੀਜ਼ ਬਣਾਉਣ ਦਾ ਤਰੀਕਾ ਹੈ, ਪਰ ਤੁਸੀਂ ਜੋ ਵੀ ਫਾਈਨਾਈਟ ਲੈਣਾ ਚਾਹੁੰਦੇ ਹੋ ਉਸ ਨੂੰ ਕਿੰਨਾ ਫਾਈਨਾਈਟ ਲੈਣਾ ਚਾਹੀਦਾ ਹੈ? ਇਸ ਦਾ ਮਤਲਬ ਹੈ ਕਿ ਕਿਸੇ ਟਾਈਮ ਤੁਹਾਨੂੰ ਕਿਸੇ ਖਾਸ ਹਿੱਸੇ ਲਈ ਇਸ ਕੋਐਫੀਸ਼ੀਐਂਟ ਨੂੰ ਲਗਾਉਣਾ ਪਏਗਾ ਜਿਸ ਦਾ ਮਤਲਬ ਇਹ ਹੈ ਕਿ ਇਹ ਇੱਕ ਫਾਈਨਾਈਟ ਸੀਰੀਜ਼ ਹੈ। ਇੱਕ ਵਾਰ ਜਦੋਂ ਤੁਸੀਂ ਇਸ ਨੂੰ 0 ਵਿੱਚ ਪਾ ਦਿੰਦੇ ਹੋ ਤਾਂ ਇਸ ਰਿਕਰਸ਼ਨ ਰਿਲੇਸ਼ਨ ਦੁਆਰਾ ਸਾਰੀਆਂ ਹਾਇਰ ਪਾਵਰ 0 ਹੋ ਜਾਣਗੀਆਂ। ਇਸ ਲਈ ਆਓ ਅਸੀਂ ਇੱਕ n ਪਲਸ 2 ਨੂੰ 0 ਹੋਣ ਲਈ ਇੱਕ ਵਾਰ ਇੱਕ n ਪਲਸ 2 ਨੂੰ 0 ਵਿੱਚ ਪਾ ਦੇਈਏ ਤਾਂ 0 ਹੋਣ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਅਲਫਾ 2n ਦੇ ਬਰਾਬਰ ਹੋਵੇਗਾ। ਇੱਕ ਵਾਰ ਜਦੋਂ ਮੈਂ 2n ਪਲਸ ਦੇ ਬਰਾਬਰ ਅਲਫਾ ਪ੍ਰਾਪਤ ਕਰ ਲੈਂਦੀ ਹਾਂ ਤਾਂ ਕੋਈ ਮੈਨੂੰ ਦੱਸ ਸਕਦਾ ਹੈ ਕਿ ਐਨਰਜੀ ਕੀ ਹੋਵੇਗੀ? ਅਲਫਾ e ਗੁਣਾ 2e ਬਾਈ h ਕ੍ਰਾਸ ਓਮੇਗਾ ਕੀ ਹੈ ਅਤੇ ਅਲਫਾ n ਪਲਸ 1 ਹੈ। ਅਲਫਾ 2n ਪਲਸ 1 ਹੈ। ਤਾਂ ਫਿਰ ਮੈਂ e ਨੂੰ ਸਬਸਕ੍ਰਿਪਟ n ਹੋਣੀ n ਨੂੰ 2n ਪਲਸ 1 ਬਣਾਉਣ ਦਿੰਦਾ ਹਾਂ, ਇਸ ਲਈ ਜਿਸ ਦਾ ਅਰਥ ਹੈ ENSH ਕ੍ਰਾਸ ਓਮੇਗਾ n ਪਲਸ। ਇਸ ਲਈ ਸੋਲਿਊਸ਼ਨ ਇਹ ਲੈਣਾ ਕਿ ਜੇਕਰ h ਆਫ ਰੋ ਲਈ ਇੱਕ ਨੋਰਮਲਾਈਜ਼ੇਬਲ ਸੋਲਿਊਸ਼ਨ ਇਨਫਾਈਨਾਈਟ ਸੀਰੀਜ਼ ਕੰਮ ਨਹੀਂ ਕਰੇਗੀ, ਫਾਈਨਾਈਟ ਸੀਰੀਜ਼ ਕੰਮ ਕਰੇਗੀ ਅਤੇ ਮੈਂ ਉਚਿਤ n ਲਗਾ ਕੇ ਜਿੱਥੇ ਵੀ ਚਾਹਾਂ ਟਰੰਕੇਟ ਕਰ ਸਕਦੀ ਹਾਂ। ਇੱਥੇ ਮੈਂ ਇੱਕ n ਪਲਸ 2 ਦੇ ਬਰਾਬਰ ਨਾਲ ਸ਼ੁਰੂ ਕੀਤਾ ਹੈ ਤਾਂ ਹੱਲ ਕੀ ਹੈ? ਹੱਲ ਕੀ ਹੈ? ਰੋ
ਦਾ h ਦਾ ਜੋੜ n ਤੋਂ ਵੀ 0 ਤੋਂ ਕੁਝ ਖਾਸ ਮੁੱਲ ਤੱਕ ਹੋਵੇਗਾ। ਇਸ ਲਈ ਮੈਂ ਇਸ ਨੂੰ r0 ਤੋਂ n ਦੇ ਰੂਪ ਵਿੱਚ ਲਿਖਦੀ ਹਾਂ। ਇਸ ਲਈ ਤੁਸੀਂ ਇਸ ਨੂੰ ਸਿਰਫ ਈਵਨ ਨੰਬਰ ਦੇ ਸਟੈਪਸ ਵਿੱਚ ਲੈਂਦੇ ਹੋ ਤਾਂ ਕਿ ਤੁਹਾਡੇ ਰੋ ਦਾ ਸਾਈ ਕੁਝ ਨਾਰਮਲਾਈਜੇਸ਼ਨ ਕਾਂਸਟੈਂਟ ਨੂੰ ਮੈਂ ਇਸ ਨੂੰ ਸਾਈ n hn ਆਫ ਰੋ ਟਾਈਮ ਅਸੀਂ 2 ਦਾ ਪਾਵਰ ਆਫ ਮਾਈਨਸ ਰੋ ਸਕੁਏਅਰ ਬਾਈ 2 ਦੇ ਤੌਰ ਤੇ ਲਵਾਂਗੀ ਅਤੇ ਅਨੁਸਾਰ en ਹੈ ਕਰਾਸ ਓਮੇਗਾ n ਪਲਸ ਅੱਧਾ। ਮੈਂ ਅਜੇ ਵੀ ਇਹਨਾਂ ਨੂੰ ਨਹੀਂ ਲਿਖਿਆ ਹੈ, ਪਰ ਮੈਂ ਤੁਹਾਨੂੰ ਇੱਥੇ ਇੱਕ ਰਿਕਰਸ਼ਨ ਰਿਲੇਸ਼ਨ ਦਿੱਤਾ ਹੈ ਜਿਸ ਤੋਂ ਤੁਸੀਂ ਇਹ ਨਿਰਧਾਰਤ ਕਰ ਸਕਦੇ ਹੋ ਕਿ 1-2 ਦੇ ਰੂਪ ਵਿੱਚ n ਕੀ ਹੈ ਅਤੇ ਇਸ ਤਰ੍ਹਾਂ ਠੀਕ ਹੈ ਤਾਂ ਇਹ ਇੱਕ ਸੰਭਵ ਹੱਲ ਹੈ। ਇੱਕ ਹੋਰ ਸੰਭਵ ਸੋਲਿਊਸ਼ਨ ਹੈ n ਆਡ ਹੋ ਸਕਦਾ ਹੈ। ਤੁਸੀਂ ਕੋਈ ਹੋਰ ਸੋਲਿਊਸ਼ਨ ਲਿਖ ਸਕਦੇ ਹੋ ਜਿੱਥੇ ਇਸ ਲਈ ਇਹ n ਬਰਾਬਰ ਹੈ ਸਾਡੇ ਕੋਲ n ਬਰਾਬਰ ਆਡ ਵੀ ਸਮਾਨ ਸੋਲਿਊਸ਼ਨ ਹੋ ਸਕਦਾ ਹੈ, ਪਰ hn ਸੀਰੀਜ਼ ਵਿੱਚ ਸਿਰਫ ਆਡ ਬਾਉਂਡ ਸ਼ਾਮਲ ਹੋਣਗੀਆਂ। ਇਸ ਲਈ ਇਹ ਸੰਭਾਵੀ ਸੋਲਿਊਸ਼ਨ ਹਨ ਜਿਸ ਦੀ ਪਾਵਰ ਸੀਰੀਜ਼ ਫਾਈਨਾਈਟ ਪਾਵਰ ਸੀਰੀਜ਼ ਨੂੰ ਟਾਈਮ ਦੇ ਇੰਡੀਪੈਂਡੈਂਟ ਸਕ੍ਰੋਡਿੰਗਰ ਇਕੁਏਸ਼ਨ ਤੋਂ ਵੀ ਨਿਰਧਾਰਤ ਕੀਤਾ ਜਾ ਸਕਦਾ ਹੈ। ਤੁਸੀਂ ਜਾ ਸਕਦੇ ਹੋ ਅਤੇ ਵਿਸ਼ੇਸ਼ ਫੰਕਸ਼ਨ ਸਾਹਿਤ ਨਾਲ ਤੁਲਨਾ ਕਰ ਸਕਦੇ ਹੋ। ਇਹ ਇੱਕ ਰਸਤਾ ਹੈ ਇੱਕ ਵਿਅਕਤੀ ਜੋ ਨਹੀਂ ਜਾਣਦਾ ਕਿ ਗੁੰਝਲਦਾਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਕੀ ਹੈ ਅਸਲ ਵਿੱਚ ਇਸ ਤਰ੍ਹਾਂ ਕਰ ਸਕਦਾ ਹੈ। ਇਸ ਲਈ n ਸਟੇਟ ਦਾ ਹੱਲ ਜਿੱਥੇ n ਈਵਨ ਹੈ ਦਾ ਮਤਲਬ ਹੈ ਕਿ ਸੰਬੰਧਿਤ એનર્ਜੀ ਹੈ ਅਤੇ ਤੁਸੀਂ ਆਡ ਪਾਵਰਾਂ ਨੂੰ ਸਭ ਤੋਂ ਘੱਟ ਆਡ ਪਾਵਰ ਨੂੰ 0 ਤੇ ਸੈੱਟ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ ਇਸ ਰਿਕਰਸ਼ਨ ਰਿਲੇਸ਼ਨ ਦੁਆਰਾ ਸਭ ਤੋਂ ਘੱਟ ਆਡ ਪਾਵਰ ਨੂੰ 0 ਕਰਨ ਲਈ ਪਾ ਦਿੰਦੇ ਹੋ ਤਾਂ ਆਡ ਪਾਵਰ ਬਿਲਕੁਲ ਨਹੀਂ ਦਿਖਾਈ ਦਿੰਦੀਆਂ ਅਤੇ ਜਾਂ ਤੁਸੀਂ n ਆਡ ਲਈ ਕਰ ਸਕਦੇ ਹੋ ਜਿੱਥੇ ਤੁਸੀਂ 0 ਹੋਣ ਲਈ ਸਭ ਤੋਂ ਘੱਟ ਈਵਨ ਪਾਵਰ ਪਾ ਸਕਦੇ ਹੋ। ਇਸ ਲਈ ਉਹ ਦੋ ਸੋਲਿਊਸ਼ਨ ਹਨ ਜਿਨ੍ਹਾਂ ਨੇ ਲਿਖਿਆ ਹੈ ਕਿ n ਆਡ ਹੈ ਅਤੇ n ਈਵਨ ਹੈ। ਠੀਕ ਹੈ।